ढिल्लों जी तुसीं ब्रेक तो पहलां जिहड़े शहीदी दिहाड़े मनाउण दा जां जिहड़े वख-वख साडे देश दे लोक ने जिहड़े साडे नायक ने जिन्हां ने देश दी आज़ादी अंदोलन लई कुर्बानियां कीतियां जिन्हां 'च करतार सिंह सराभा सीगा गदरी बाबे सीगे ते उन्हां बारे तुसीं दस रहे सीगे। मैनूं लगदा कि ਇਹ ਜਿਹੜਾ किसान अंदोलन आ ਇਹ ਇੱਕ ਵੱਖਰੀ किस्म ਨਾਲ ਉਹਨੇ ਜਿਹੜੇ ਸਾਡੇ ਸ਼ਹੀਦ ਨੇ ਜਿਹੜੇ ਪਿਛਲੇ ਸਮੇਂ ਦੇ ਅਰਸੇ 'ਚ ਅਣਗੌਲੇ ਗਏ ਸੀਗੇ ਉਹਨਾਂ ਸਾਰਿਆਂ ਨੂੰ ਸਾਡੀ ਜਿਹੜੀ ਯਾਦ ਉਹਦਾ ਹਿੱਸਾ ਬਣਾਇਆ। ਤੇ ਇਸ ਦਿਨ ਵੀ ਕੋਈ ਇਸ ਤਰੀਕੇ ਦਾ ਕੋਈ ਕੰਮ ਉੱਥੇ ਹੋਇਆ ਜਦੋਂ ਕਿਸਾਨ ਸੰਸਦ ਹੋਈ ਮਹਿਲਾ ਕਿਸਾਨ ਸੰਸਦ ਜੀ? ਪਹਿਲਾਂ ਜਦੋਂ ਜਨ ਸੰਸਦ ਕਿਸਾਨ ਔਰਤਾਂ ਨੇ ਪਹਿਲਾਂ ਸਟੀਅਰਿੰਗ ਕਮੇਟੀ ਬਣਾਈ ਆਪਣੀ, ਹਾਊਸ ਨਹੀਂ ਤੈਅ ਕੀਤੀ ਕਿ ਕੌਣ ਕੌਣ ਹੋਏਗਾ। ਫਿਰ ਉਸ ਤੋਂ ਬਾਅਦ ਜਨ ਗਣ ਮਨ ਦੇ ਨਾਲ ਪ੍ਰੋਗਰਾਮ ਸ਼ੁਰੂ ਹੋਇਆ। ਉਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਨੇ ਉਹਦੇ ਵਿੱਚ ਉਸ ਦਿਨ ਤੱਕ ਜਿਹੜਾ ਹੈ ਸਾਡੇ 547 ਕਿਸਾਨ ਮਰਦ ਤੇ ਔਰਤਾਂ ਸ਼ਹੀਦ ਹੋ ਚੁੱਕੇ ਸਨ, ਜਿਹਦੇ ਵਿੱਚ 7 ਔਰਤਾਂ ਸਨ। ਉਹਨਾਂ ਨੂੰ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਫਿਰ ਕਾਰਗਿਲ ਦੇ ਸ਼ਹੀਦਾਂ ਨੂੰ, ਕਿਉਂਕਿ ਉਸ ਦਿਨ ਕਾਰਗਿਲ ਦਿਵਸ ਸੀ 26 ਜੁਲਾਈ, ਤੇ ਉਹਨਾਂ ਨੂੰ ਵੀ ਸ਼ਰਧਾਂਜਲੀ ਜਿਹੜੀ ਹੈ ਦਿੱਤੀ ਗਈ। ਇੱਕ ਗੱਲ ਹੋਰ ਸੀ, ਉਸ ਦਿਨ ਜਿਹੜੇ ਹੈ 5 ਮਤੇ ਜਿਹੜੇ ਸਨ ਉਹ ਕੀ ਮਤੇ ਸੀਗੇ? ਹਾਂਜੀ, ਉਹ ਮਤੇ ਇੱਕ ਤਾਂ ਜਿਹੜਾ ਪਹਿਲਾ ਮਤਾ ਸੀ ਉਹ ਇਹ ਸੀ ਕਿ 12 ਸਤੰਬਰ ਨੂੰ ਜਿਹੜੀ ਸਾਡਾ 33% ਰਿਜ਼ਰਵੇਸ਼ਨ ਦਾ ਜਿਹੜਾ ਬਿੱਲ ਹੈ ਉਹ ਅਜੇ ਵੀ ਸੰਸਦ ਦੇ ਵਿੱਚ ਇੱਕ ਸਦਨ ਦੇ ਵਿੱਚੋਂ ਪਾਸ ਹੋ ਚੁੱਕਿਆ ਤੇ ਦੂਸਰੇ ਸਦਨ ਚੋਂ ਪਾਸ ਹੋਣ ਲਈ ਪੈਂਡਿੰਗ ਪਿਆ ਹੋਇਆ। ਮੇਰੇ ਖਿਆਲ ਇਹਦੀ ਤਾਂ ਸਿਲਵਰ ਜੁਬਲੀ ਹੋਣ ਵਾਲੀ ਹੈ। ਹਾਂਜੀ, 25 ਸਾਲ ਹੋ ਜਾਣੇ ਆ। ਮੈਂ ਤੁਹਾਨੂੰ ਦੱਸ ਰਹੀ ਸੀ ਕਿ ਮੈਂ ਜਿਹੜੀਆਂ 3-4 ਜਿਹੜੀਆਂ ਵੂਮਨ ਸਾਡੀਆਂ ਸੰਸਦ ਹੋਈਆਂ ਨੇ, 2009 'ਚ ਹੋਈ, 2080 12-13 ਦੇ ਵਿੱਚ ਕੀਤੀ, ਇੱਕ 2016 ਦੇ ਵਿੱਚ ਜਨ ਸੰਸਦ ਕੀਤੀ ਸੀ, ਉਹ ਕੇਵਲ ਔਰਤ ਮੁੱਦਿਆਂ ਨੂੰ ਲੈ ਕੇ ਸੀ। ਤੇ ਉਹਦੇ ਵਿੱਚ ਅਸੀਂ ਜਿਹੜੀ 2016 'ਚ ਕੀਤੀ ਸੀ ਉਦੋਂ 20 ਸਾਲ ਹੋਏ ਸਨ ਜਿਹੜਾ ਸਾਡਾ 33% ਰਿਜ਼ਰਵੇਸ਼ਨ ਦਾ। ਉਸ ਤੋਂ ਪਹਿਲਾਂ 2014 ਤੋਂ ਪਹਿਲਾਂ ਮੋਦੀ ਜਿਹੜੀ ਗਵਰਨਮੈਂਟ ਆ, ਬੀਜੇਪੀ ਗਵਰਨਮੈਂਟ ਆ, ਇਹ ਜਿਹੜਾ ਹੈ ਉਹਦੇ ਵਿੱਚ ਸੀ, ਆਪਣੇ ਜਿਹੜਾ ਹੈ ਆਪੋਜੀਸ਼ਨ ਦੇ ਵਿੱਚ ਸੀ। ਤੇ ਉਦੋਂ ਇਹ ਕਹਿ ਰਹੇ ਸੀ ਕਿ ਜਦੋਂ ਹੀ ਅਸੀਂ ਜਿਹੜਾ ਹੈ ਪਾਵਰ ਚਾਹਾਂਗੇ, ਸੱਤਾ ਚਾਹਾਂਗੇ, ਤੇ ਅਸੀਂ ਇਹ ਜਿਹੜਾ ਹੈ ਔਰਤਾਂ ਦੇ ਰਾਖਵੇਂ ਕਰਨ ਦਾ 33% ਦਾ ਬਿੱਲ ਲੈ ਕੇ ਆਵਾਂਗੇ। ਹੁਣ ਅਸੀਂ ਬਾਰ-ਬਾਰ 16 ਦੇ ਵਿੱਚ ਉਹਨਾਂ ਨੂੰ ਕਿਹਾ ਕਿ ਤੁਸੀਂ ਬੜੀ ਬਹੁ ਗਿਣਤੀ ਚੋਂ ਸਾਰੇ ਪਾਸੇ ਤੇ ਤੁਸੀਂ ਇਸ ਨੂੰ ਪਾਸ ਕਰੋ। ਹੁਣ ਔਰਤਾਂ ਨੇ ਉਸ ਦਿਨ 33% ਰਿਜ਼ਰਵੇਸ਼ਨ ਦਾ ਸਾਰੇ ਹਾਊਸ ਨੇ ਯੂਨਾਨੀਮਸਲੀ ਪਾਸ ਕੀਤਾ ਕਿ ਇਹਨੂੰ ਇਸੇ ਮੌਨਸੂਨ ਸੱਤਰ ਦੇ ਵਿੱਚ ਪਾਸ ਕੀਤਾ ਜਾਵੇ। ਦੂਸਰਾ ਜਿਹੜਾ ਹੈ ਜਿਹੜੇ ਕਿਸਾਨ ਨੇ ਸਾਡੇ ਸ਼ਹੀਦ ਹੋਏ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਸੀ ਕਿ ਉਹ ਇਸ ਨੂੰ ਅਸੀਂ ਕਿਸਾਨ ਅੰਦੋਲਨ ਨੂੰ ਜਿਹੜੀ ਹੈ ਆਜ਼ਾਦੀ ਦੀ, ਖਾਸ ਕਰਕੇ ਆਰਥਿਕ ਆਜ਼ਾਦੀ ਦੀ ਲੜਾਈ ਅਸੀਂ ਕਹਿ ਰਹੇ ਹਾਂ। ਉਹ ਸਾਡੀ ਪੋਲੀਟੀਕਲ ਜਿਹੜੀ ਸਾਡੀ ਆਜ਼ਾਦੀ ਦੀ ਲੜਾਈ ਸੀ ਗੋਰਿਆਂ ਤੋਂ, ਇਹ ਅਸੀਂ ਜਿਹੜੀ ਵਿਦਨ ਦਾ ਕੰਟਰੀ ਇੱਕ ਜਿਹੜੀ ਹੈ ਆਰਥਿਕ ਜਿਹੜਾ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਲਈ ਤੇ ਕਾਰਪੋਰੇਟ ਤੋਂ ਜਿਹੜਾ ਹੈ ਹੱਥ ਜਿਹੜਾ ਹੈ ਛਡਾਉਣ ਲਈ, ਉਹਨਾਂ ਦਾ ਹੱਥ ਪਰੇ ਕਰਨ ਲਈ ਲੜਾਈ ਹੈ। ਤੇ ਇਹਦੇ ਵਿੱਚ ਜਿਹੜੇ ਸਾਡੇ ਮਰਦ ਔਰਤਾਂ ਸ਼ਹੀਦ ਹੋਏ ਨੇ ਉਹਦੇ ਲਈ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਕਿ ਉਹਨਾਂ ਦੇ ਬੱਚਿਆਂ ਨੂੰ ਵੀ ਜਿਹੜਾ ਹੈ ਸਾਡੇ ਜੰਗ ਦੇ ਮੁਹਾਜ਼ ਦੇ ਉੱਤੇ ਹੋਏ ਸ਼ਹੀਦ ਹੋਏ ਜਵਾਨਾਂ ਦੀ ਤਰ੍ਹਾਂ ਤਸਲੀਮ ਕੀਤਾ ਜਾਏ ਤੇ ਉਹਨਾਂ ਨੂੰ ਉਹੀ ਸਹੂਲਤਾਂ ਦਿੱਤੀਆਂ ਜਾਣ। ਤੀਸਰਾ ਜਿਹੜਾ ਹੈ ਕੇਂਦਰ ਸਰਕਾਰ ਤਾਂ ਇਸ ਮਾਮਲੇ ਤੇ ਕਹਿੰਦੀ ਵੀ ਸਾਡੇ ਕੋਲ ਤਾਂ ਅੰਕੜੇ ਨਹੀਂ ਹੈਗੇ। ਅਸੀਂ ਕਿਉਂਕਿ ਕਿਸੇ ਨੇ ਸਵਾਲ ਕੀਤਾ ਸੀਗਾ ਪਾਰਲੀਮੈਂਟ ਦੇ ਵਿੱਚ, ਪਹਿਲਾਂ ਅਸੀਂ ਇੱਕ ਕਾਲਰ ਆਇਆ। ਹੈਲੋ ਹੈਲੋ, ਹਾਂਜੀ ਸਵਾਗਤ ਹੈ ਜੀ। ਜੰਮੂ ਸਾਹਿਬ ਤੁਹਾਨੂੰ ਤੇ ਪ੍ਰੋਫੈਸਰ ਢਿੱਲੋਂ ਜੀ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ 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 ਭੋਗਲ ਸਾਹਿਬ ਜੀ। ਢਿੱਲੋਂ ਜੀ ਬਹੁਤ ਜੀ ਤੁਹਾਡਾ ਬਹੁਤ ਧੰਨਵਾਦ ਜਿਹੜਾ ਅੱਜ ਤੁਸੀਂ ਪ੍ਰੋਫੈਸਰ ਢਿੱਲੋਂ ਸਾਹਿਬ ਨੂੰ ਲੈ ਕੇ ਆਏ ਆ ਤੇ ਅਸੀਂ ਇਹਨਾਂ ਦੀਆਂ ਵਿਚਾਰ ਸੁਣੇ ਨੇ, ਬਹੁਤ ਸੋਹਣਾ, ਬੜੇ ਸੰਕੋਚਵੇਂ ਢੰਗ ਨਾਲ ਬੜਾ ਕੁਝ ਸਾਰਾ ਕੁਝ ਦੱਸ ਦਿੱਤਾ। ਮੈਂ ਤੇ ਸਿਰਫ ਤੁਹਾਡੇ 2-3 ਮਿੰਟ ਲੈਣੇ ਜਿਹੜੀ ਇਹਨਾਂ ਨੇ ਗੱਲ ਕੀਤੀ ਪਈ ਜਦੋਂ ਇਹਨਾਂ ਦੇ ਅੰਦੋਲਨ ਵਿੱਚ ਜਿਹਦਾ ਹਿੱਸਾ ਲੈਂਦੇ ਸੀਗੇ ਤੇ ਪੁਲਿਸ ਕਿੱਥੇ ਕਿੱਥੇ ਇਹਨਾਂ ਨੂੰ ਰੋਕਦੀ ਸੀ ਤੇ ਕੀ ਕੁਝ ਕਰਦੀ ਸੀ ਜਾਂ ਕੀ ਕੁਝ ਨਹੀਂ ਸੀ ਕਰਦੀ ਪੁਲਿਸ ਇਹਨਾਂ ਦੇ ਨਾਲ, ਤੇ ਉਹ ਪੁਲਿਸ ਨੂੰ ਉੱਥੇ ਦੇ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਆ। ਠੀਕ, ਇੱਕ ਪਾਸੇ ਲੋਕ ਰਾਜ ਦੀਆਂ ਗੱਲਾਂ ਹੁੰਦੀਆਂ ਨੇ, ਲੋਕਤੰਤਰ ਦੀਆਂ ਗੱਲਾਂ ਹੁੰਦੀਆਂ ਨੇ, ਡੈਮੋਕ੍ਰੇਸੀ ਦੀਆਂ ਗੱਲਾਂ ਹੁੰਦੀਆਂ ਨੇ,
ਪਰ ਉਹ ਦੂਸਰੇ ਪਾਸੇ ਉਹਨਾਂ ਨੂੰ ਲੋਕ ਰਾਜ ਦੀ ਪਰਿਭਾਸ਼ਾ ਦਾ ਵੀ ਨਹੀਂ ਪਤਾ, ਡੈਫੀਨੇਸ਼ਨ ਕੀ ਹੈ ਡੈਮੋਕ੍ਰੇਸੀ ਦੀ ਉਹ ਵੀ ਨਹੀਂ ਪਤਾ। ਬੜੀ ਚਿੰਤਾਜਨਕ ਗੱਲ ਵਾ ਵੀ ਇਹ ਕਿਹੋ ਜਿਹਾ ਪ੍ਰਸ਼ਾਸਨ ਵਾ, ਕਿਹੋ ਜਿਹੀ ਸਰਕਾਰ ਵਾ ਇਹ। ਪ੍ਰੋਫੈਸਰ ਢਿੱਲੋਂ ਜੀ ਨੇ ਸਾਰਾ ਕੁਝ ਦੱਸ ਹੀ ਦਿੱਤਾ ਨਾ ਕੀ ਕੁਝ ਕਰਦੇ ਨੇ ਉਹ ਤਾਂ ਭੋਗਲ ਸਾਹਿਬ ਜਿਹੜਾ ਜਸੂਸੀ ਕਾਂਡ ਆ ਉਹਨੇ ਵੀ ਬਹੁਤ ਹੱਦ ਤੱਕ ਐਕਸਪੋਜ਼ ਕਰਤਾ ਸਾਰਾ ਸਿਸਟਮ। ਬਿਲਕੁਲ ਦੇਖੋ ਉਹ ਜੰਮੂ ਸਾਹਿਬ ਅਸੀਂ ਤੁਹਾਡੇ ਨਾਲ ਹਮੇਸ਼ਾ ਖੁੱਲ ਕੇ ਗੱਲਾਂ ਕਰਦੇ ਆ, ਤਾਈਓ ਮਹਾਰਾਜ ਕਹਿੰਦੇ ਨੇ ਵੀ ਸੱਚ ਜਿਹੜਾ ਨਾ ਇਹ ਜਿਹੜਾ ਸੱਚ ਵਾ ਇਹ ਕਦੇ ਛੁਪਦਾ ਨਹੀਂ ਹੁੰਦਾ, ਇਹ 100 ਕੰਧ ਪਾੜ ਕੇ ਆਪਾਂ ਕਹਿੰਦੇ ਆ ਨਾ ਪੰਜਾਬ 'ਚ ਪੰਜਾਬੀ ਕਹਿੰਦੇ ਆ ਵੀ ਸੱਚ 100 ਕੰਧ ਪਾੜ ਕੇ ਵੀ ਬਾਹਰ ਆ ਜਾਂਦਾ। ਹਾਂਜੀ ਇਹ ਬਿਲਕੁਲ ਸਹੀ ਗੱਲ ਵਾ। ਤੇ ਮੈਂ ਤੇ ਜਿਹੜੀ ਇਹ ਕਹਿੰਦੇ ਨੇ ਵੀ ਇਹਨਾਂ ਦਾ ਹਜੇ ਤੱਕ ਇਹ ਸੋਚ ਬਣੀ ਹੋਈ ਹੈ ਮਨੂ ਸਮਿਤੀ ਦੀ ਕਿ ਔਰਤ ਦਾ ਜਿਹੜਾ ਮਕਾਮ, ਔਰਤ ਦਾ ਜਿਹੜਾ ਕਿਰਦਾਰ ਵਾ ਉਹ ਕਿਚਨ ਤੇ ਕਰਵਾ ਜਾਂ ਘਰ ਤੇ ਕਰਵਾ। ਤੇ ਮੈਂ ਔਰਤ ਤੇ ਤੁਹਾਡੇ 2-3 ਮਿੰਟ ਲੈਣੇ ਨੇ ਕਿ ਇਹਨਾਂ ਦੀ ਅਜੇ ਵੀ ਸੋਚ ਮਨੂ ਸਮ੍ਰਿਤੀ ਵਾਲੀ ਇਹਨਾਂ ਨੂੰ ਛੱਡਣੀ ਪੈਣੀ ਆ। ਪ੍ਰੋਫੈਸਰ ਢਿੱਲੋਂ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ, ਇਹਨਾਂ ਨੂੰ ਸਮ੍ਰਿਤੀ ਸੋਚ ਛੱਡ ਕੇ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਤੇ ਚੱਲਣਾ ਪੈਣਾ ਜੇਕਰ ਇਹਨਾਂ ਨੇ ਕਦਮ ਨਾਲ ਕਦਮ ਮਿਲਾ ਕੇ ਬਾਕੀ ਮੁਲਕਾਂ ਦੇ ਨਾਲ ਤੁਰਨ ਦੇ ਯੋਗ ਬਣਨਾ ਆ। ਇਹਨਾਂ ਨੇ ਮਨੂ ਸਮ੍ਰਿਤੀ ਵਾਲੀ ਸੋਚ ਜਿਹੜੀ ਲਈ ਫਿਰਦੇ ਨੇ ਨਾ ਉਹ ਪਿਛਾਂ ਖਿੱਚੂ ਆ, ਜਿਹੜੀ ਗੁਰੂ ਨਾਨਕ ਦੀ ਸੋਚ ਆ ਅਗਾਂਹ ਵਧੂ ਆ, ਉਹ ਸਾਰਿਆਂ ਨੂੰ ਪਤਾ। ਤੇ ਲਓ ਢਿੱਲੋਂ ਸਾਹਿਬ ਆਪਣੇ ਪ੍ਰੋਫੈਸਰ ਢਿੱਲੋਂ ਜੀ ਤੁਹਾਨੂੰ ਤੇ ਆਪਣੇ ਜੰਮੂ ਸਾਹਿਬ ਤੇ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੈਂ ਔਰਤ ਬਾਰੇ ਕੁਝ ਦੱਸਣਾ ਚਾਹੁੰਦਾ ਆ ਵੀ ਔਰਤ ਦਾ ਆਦਰ ਕਿਉਂ ਕਰਨਾ ਚਾਹੀਦਾ। ਜੀ ਅਸੀਂ ਇੱਕ ਗੱਲ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਭੋਗਲ ਸਾਹਿਬ ਕਿ ਜਿਹੜੀ ਕਿਉਂਕਿ ਹੁਣ ਤੱਕ ਜਿਹੜੀ ਬੀਜੇਪੀ ਗਵਰਨਮੈਂਟ ਹੈ ਕਿਸਾਨ ਅੰਦੋਲਨ ਬਾਰੇ ਬੜੇ ਅਪਸ਼ਬਦ ਬੋਲਦੀ ਰਹੀ ਹੈ ਔਰ ਉਹਨਾਂ ਨੇ ਮਵਾਲੀ ਤੱਕ ਕਿਹਾ ਔਰ ਨਰਾਰਥਿਕ ਕਿਹਾ ਔਰ ਔਰਤਾਂ ਦੇ ਲਈ ਤਾਂ ਇੰਨੇ ਅਪਸ਼ਬਦ ਬੋਲੇ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਔਰਤਾਂ ਇੱਥੇ ਲਿਆ ਕੇ ਰੱਖੀਆਂ ਹੋਈਆਂ ਨੇ, ਔਰਤਾਂ ਕਿਸ ਕੰਮ ਲਈ ਨੇ। ਤੇ ਅਸੀਂ ਫਿਰ ਉੱਥੇ ਉਸ ਹਾਊਸ ਨੇ ਇਸ ਦਾ ਨਿੰਦਾ ਪ੍ਰਸਤਾਵ ਵੀ ਇੱਕ ਪਾਸ ਕੀਤਾ ਕਿ ਅਸੀਂ ਇਸ ਸਭ ਦੀ ਨਿੰਦਾ ਕਰਦੇ ਹਾਂ। ਤੇ ਦੂਸਰਾ ਔਰਤਾਂ ਜਿਹੜੀਆਂ ਉਦੋਂ ਜਿਹੜੀ ਸਾਡੀ ਜਨ ਸੰਸਦ ਸੀ ਉਹਦੇ ਵਿੱਚ ਬੋਲੀਆਂ ਤੇ ਉਹਨਾਂ ਨੇ ਕਿਹਾ ਕਿ ਜੋ ਚੁੱਲ੍ਹਾ ਚਲਾ ਸਕਦੀਆਂ ਨੇ ਉਹ ਖੇਤ ਖਲਿਆਣ ਦੇ ਵਿੱਚ ਕੰਮ ਕਰ ਸਕਦੀਆਂ ਨੇ। ਹਾਂਜੀ ਖੇਤ ਖਲਿਆਣ ਚਲਾ ਸਕਦੀਆਂ ਨੇ, ਉਹ ਸੜਕ ਤੇ ਵੀ ਉਤਰ ਸਕਦੀਆਂ ਨੇ ਤੇ ਸੰਸਦ ਵੀ ਚਲਾ ਸਕਦੀਆਂ ਨੇ। ਤੇ ਉਹ ਬੌਧਿਕ ਸਤਰ ਜਿਹੜਾ ਉਸ ਦਿਨ ਦੀ ਬਹਿਸ ਦਾ ਸੀ, ਅਗਰ ਮੋਦੀ ਸਰਕਾਰ ਨੇ ਆਪਣੀ ਇੰਟੈਲੀਜੈਂਸ ਏਜੰਸੀਆਂ ਰਾਹੀਂ ਉਹਨੂੰ ਰਿਕਾਰਡ ਕਰਾਇਆ ਹੋਏਗਾ ਤਾਂ ਉਹਦੇ ਵਿੱਚੋਂ ਉਹਨੂੰ ਬਿਲਕੁਲ ਸਮਝ ਆਉਂਦੀ ਹੈ ਕਿ ਔਰਤਾਂ ਜਿਹੜੀਆਂ ਹੈ ਉਹ ਸਾਰੇ ਕਿਸਾਨ ਅੰਦੋਲਨ ਦੇ ਸਾਡੇ ਜਿਹੜੇ ਖੇਤੀ ਕਾਨੂੰਨ ਹੈ, ਕਾਲੇ ਖੇਤੀ ਕਾਨੂੰਨ ਹੈ, ਉਹਨਾਂ ਬਾਰੇ ਇੱਕ ਮੱਦ ਬਾਰੇ ਬਹਿਸ ਕਰ ਰਹੀਆਂ ਸੀ ਤੇ ਅਸੀਂ ਉਹ ਫੇਰ ਨਿੰਦਾ ਪ੍ਰਸਤਾਵ ਉਸ ਦਾ ਪਾਸ ਕੀਤਾ। ਸ਼ੁਕਰੀਆ। ਹਾਂਜੀ ਸੰਖੇਪ ਚ ਭੋਗਲ ਸਾਹਿਬ ਆਪਣੀ ਗੱਲ ਕਰੋ। ਜੀ ਮੈਂ ਰੱਖਣੀ ਚਾਹੁੰਦਾ ਬਿਲਕੁਲ ਠੀਕ ਕਿਹਾ ਆਪਣੇ ਬੀਬੀ ਜੀ ਡਾਕਟਰ ਪ੍ਰੋਫੈਸਰ ਜੀ ਇਹਨਾਂ ਨੇ ਬਿਲਕੁਲ ਠੀਕ ਕਿਹਾ। ਅਸੀਂ ਬਹੁਤ ਕੁਝ ਸੁਣਦੇ ਹਾਂ, ਰੋਜ਼ ਸੁਣਦੇ ਹਾਂ, ਬੜਾ ਕੁਝ ਕਹਿੰਦੇ ਹਾਂ, ਬੜਾ ਮਨ ਦੁਖੀ ਹੁੰਦਾ ਵੀ ਤਿਆਰੇ ਕਿੱਧਰ ਨੂੰ ਤੁਰੇ ਜਾਂਦੇ ਨੇ। ਜਿਹੜੇ ਦੇਸ਼ ਦਾ ਕੌਮ ਦਾ ਭਲਾ ਕਰਨਾ ਹੀ ਚਾਹੁੰਦੇ ਨੇ ਉਹਨਾਂ ਨੂੰ ਦੇਸ਼ ਧਰੋਹੀ ਕਹਿ ਦਿੰਦੇ ਨੇ ਤੇ ਜਿਹੜੇ ਦੇਸ਼ ਦਾ ਨੁਕਸਾਨ ਕਰਦੇ ਨੇ ਉਹ ਦੇਸ਼ ਭਗਤ ਬਣ ਕੇ ਬਹਿ ਜਾਂਦੇ ਨੇ। ਕਮਾਲ ਹੋ ਗਈ ਯਾਰੋ, ਹੱਦ ਹੋ ਗਈ ਯਾਰੋ, ਅਸੀਂ ਹੈਰਾਨ ਹੋ ਜਾਂਦੇ। ਤੇ ਲਓ ਮੈਂ ਔਰਤ ਬਾਰੇ ਕੁਝ ਲਾਈਨਾਂ ਬੋਲਾਂ ਜੀ। ਠੀਕ ਹੈ ਜੀ ਬੋਲੋ। ਲਿਖਿਆ ਬਈ ਔਰਤ ਦਾ ਜੋ ਕਰੇ ਨਿਰਾਦਰ, ਔਰਤ ਦਾ ਜੋ ਕਰੇ ਨਿਰਾਦਰ ਉਸ ਨੂੰ ਰੱਬ ਤੋਂ ਡਰਨਾ ਚਾਹੀਦਾ ਹੈ। ਓਏ ਜੀ ਜਾਨ ਨਾਲ ਜਗ ਜਨਨੀ ਦਾ ਆਦਰ ਕਰਨਾ ਚਾਹੀਦਾ ਹੈ ਯਾਰੋ, ਜੀ ਜਾਨ ਨਾਲ ਜਗ ਜਨਨੀ ਦਾ ਆਦਰ ਕਰਨਾ ਚਾਹੀਦਾ ਹੈ। ਬਈ ਔਰਤ ਨੂੰ ਜੋ ਨਫ਼ਰਤ ਕਰਦਾ ਹੈ, ਔਰਤ ਨੂੰ ਜੋ ਨਫ਼ਰਤ ਕਰਦਾ ਹੈ ਉਸ ਨੂੰ ਚੰਗਾ ਕਹੀਏ ਕਿਉਂ। ਓਏ ਜਿਸ ਦੇ ਪੇਟੋਂ ਹਰ ਕੋਈ ਜੰਮਦਾ ਹੈ ਉਸ ਨੂੰ ਮੰਦਾ ਕਹੀਏ ਕਿਉਂ। ਹਾਂਜੀ ਬਈ ਪਹਿਲਾਂ ਇਸ ਦੇ ਪੇਟ ਚ ਨਿਮੀਏ ਫਿਰ ਉੱਥੇ ਹੀ ਸੁੰਦਰ ਬਣੇ ਸਰੀਰ, ਸਭ ਜਗ ਪ੍ਰਵੇਸ਼ ਇੰਜ ਹੀ ਕਰਦਾ ਗੁਰ ਅਵਤਾਰ ਤੇ ਪੀਰ ਫਕੀਰ। ਬਈ ਔਰਤ ਦੀ ਇਸ ਅਨੂਠੀ ਰਹਿਮਤ ਨੂੰ ਨਹੀਂ ਦਿਲੋਂ ਭੁਲਾਉਣਾ ਚਾਹੀਦਾ। ਓਏ ਔਰਤ ਦਾ ਜੋ ਕਰੇ ਨਿਰਾਦਰ ਉਸ ਨੂੰ ਰੱਬ ਤੋਂ ਡਰਨਾ ਚਾਹੀਦਾ। ਬਈ ਜੀ ਜਾਨ ਨਾਲ ਜਗ ਜਨਨੀ ਦਾ ਆਦਰ ਕਰਨਾ ਚਾਹੀਦਾ ਹੈ, ਜੀ ਜਾਨ ਨਾਲ ਜਗ ਜਨਨੀ ਦਾ ਆਦਰ ਕਰਨਾ ਚਾਹੀਦਾ। ਲਿਖਿਆ ਬਈ ਮਰਦ ਇਸ ਨਾਲ ਕਰੇ ਮੁਹੱਬਤ ਭਾਈਚਾਰੇ ਦਾ ਕਾਰਨ ਬਣਦੀ ਏ। ਇਹਦੇ ਕਰਕੇ ਬੰਦਾ ਵੱਡ ਪਰਿਵਾਰ ਆ ਫਿਰ ਅੱਗੋਂ ਰਿਸ਼ਤੇਦਾਰੀ ਬਣਦੀ ਏ। ਮਰਦ ਇਸ ਨਾਲ ਕਰੇ ਮੁਹੱਬਤ ਭਾਈਚਾਰੇ ਦਾ ਕਾਰਨ ਬਣਦੀ ਏ। ਇਹਦੇ ਕਰਕੇ ਬੰਦਾ ਵੱਡ ਪਰਿਵਾਰਾ
ਫਿਰ ਅੱਗੋਂ ਰਿਸ਼ਤੇਦਾਰੀ ਬਣਦੀ ਏ ਬਈ ਤਿਆਗ ਸੇਵਾ ਅਤੇ ਕੁਰਬਾਨੀ ਵਿੱਚ। ਜੰਮੂ ਸਾਹਿਬ ਗੌਰ ਫਰਮਾਉਣਾ ਜਰਾ, ਹਾਂਜੀ 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 ਇਹ ਹਕੀਕਤ ਵਾ। ਤਿਆਗ ਸੇਵਾ ਅਤੇ ਕੁਰਬਾਨੀ ਵਿੱਚ ਕੋਈ ਨਾ ਇਸ ਦਾ ਸਾਨੀ ਏ, ਓਏ ਸਦਾ ਸਲਾਮਤ ਮਮਤਾ ਇਸ ਦੀ ਬਾਕੀ ਸਭ ਜਵਾਨੀ ਏ। ਬਹੁਤ ਖੂਬ, ਬਹੁਤ ਸ਼ੁਕਰੀਆ ਜੀ। ਤਿਆਗ ਸੇਵਾ ਅਤੇ ਕੁਰਬਾਨੀ ਵਿੱਚ ਕੋਈ ਨਾ ਇਸ ਦਾ ਸਾਨੀ ਏ, ਸਦਾ ਸਲਾਮਤ ਮਮਤਾ ਇਸ ਦੀ ਬਾਕੀ ਸਭ ਕੁਝ ਫਾਨੀ ਏ। ਬਈ ਧੁਰ ਹਿਰਦੇ ਦੀਆਂ ਤਹਿਾਂ ਚੋਂ, ਧੁਰ ਹਿਰਦੇ ਦੀਆਂ ਤਹਿਾਂ ਚੋਂ ਇਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਓਏ ਔਰਤ ਦਾ ਜੋ ਕਰੇ ਨਿਰਾਦਰ ਉਸ ਨੂੰ ਰੱਬ ਤੋਂ ਡਰਨਾ ਚਾਹੀਦਾ ਹੈ। ਬਈ ਜੀ ਜਾਨ ਨਾਲ ਜਗ ਜਨਨੀ ਦਾ ਆਦਰ ਕਰਨਾ ਚਾਹੀਦਾ ਹੈ ਯਾਰੋ, ਜੀ ਜਾਨ ਨਾਲ ਜਗ ਜਨਨੀ ਦਾ ਆਦਰ ਕਰਨਾ ਚਾਹੀਦਾ। ਜੰਮੂ ਸਾਹਿਬ ਆਖਰੀ ਬੰਦ ਬੋਲ ਕੇ ਤੁਹਾਤੋਂ ਖਿਮਾ। ਲਿਖਿਆ ਬਈ ਇਹ ਉਸ ਕਾਦਰ ਦਾ ਕ੍ਰਿਸ਼ਮਾ ਏ, ਇਹ ਉਸ ਕਾਦਰ ਦਾ ਕ੍ਰਿਸ਼ਮਾ ਏ, ਅੱਡ ਅੱਡ ਇਸ ਦੇ ਰੂਪ ਸਰੂਪ ਹਰ ਰਿਸ਼ਤੇ ਵਿੱਚ ਮਹਿਕ ਵੰਡੇ, ਇਹੀ ਇਸ ਦਾ ਗੁਣ ਅਨੂਪ। ਚਾਹੇ ਉਹ ਮਾਂ ਦਾ ਹੋਵੇ, ਭੈਣ ਦਾ ਹੋਵੇ, ਚਾਚੀ ਦਾ ਹੋਵੇ, ਤਾਈ ਦਾ ਹੋਵੇ, ਭੂਆ ਮਾਮੀ ਦਾ ਹੋਵੇ, ਰਿਸ਼ਤੇ ਵੱਖਰੇ ਵੱਖਰੇ ਸਰੂਪ ਨੇ, ਪਰ ਇਹ ਜੋ ਇਹ ਦਿੰਦੀ ਹੈ ਸਮਾਜ ਨੂੰ, ਇਹ ਮਰਦ ਨਹੀਂ ਦਿੰਦਾ। ਇਹ ਉਸ ਦਾ ਹੀ ਕ੍ਰਿਸ਼ਮਾ ਏ, ਅੱਡ ਅੱਡ ਇਸ ਦੇ ਰੂਪ ਸਰੂਪ ਹਰ ਰਿਸ਼ਤੇ ਵਿੱਚ ਮਹਿਕਾਂ ਵੰਡੇ, ਇਹੀ ਇਸ ਦਾ ਗੁਣ ਅਨੂਪ। ਬਈ ਕੁੱਲ ਆਲਮ ਦਾ ਇਹ ਬਾਗ ਬਗੀਚਾ, ਕੁੱਲ ਆਲਮ ਦਾ ਇਹ ਬਾਗ ਬਗੀਚਾ, ਅੱਧ ਸੁੰਦਰ ਇਸ ਦੀ ਦੇਣ ਪਿਆਰੇ। ਓਏ ਤਾਈਓ ਗੁਰ ਅਵਤਾਰ ਤੇ ਪੀਰ ਪੈਗੰਬਰ ਭੋਗ ਸੀਸ ਝੁਕਾਉਂਦੇ ਇਸ ਨੂੰ ਸਾਰੇ। ਭੋਗਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੈਲੋ ਜੀ ਤੇ ਜੰਮੂ ਸਾਹਿਬ ਜੀ, ਬਿਲਕੁਲ ਬਿਲਕੁਲ ਠੀਕ ਹੈ ਜੀ। ਜੀ ਜੰਮੂ ਸਾਹਿਬ ਇੱਥੇ ਗੱਲ ਮੁਕਾਉਣੇ ਆ। ਜੰਮੂ ਸਾਹਿਬ ਇੱਥੇ ਭਈ ਔਰਤ ਦਾ ਜੋ ਕਰੇ ਨਰਾਦਰ ਉਸ ਨੂੰ ਰੱਬ ਤੋਂ ਡਰਨਾ ਚਾਹੀਦਾ ਹੈ ਯਾਰੋ, ਜੀ ਜਾਨ ਨਾਲ ਜਗ ਜਨਨੀ ਦਾ ਆਦਰ ਮਾਨ ਕਰਨਾ ਚਾਹੀਦਾ ਹੈ, ਜੀ ਜਾਨ ਨਾਲ ਜਗ ਜਨਨੀ ਦਾ ਸਤਿਕਾਰ ਕਰਨਾ ਚਾਹੀਦਾ ਹੈ, ਸਾਨੂੰ ਸਤਿਕਾਰ ਕਰਨਾ ਚਾਹੀਦਾ। ਇਹਨਾਂ ਨੂੰ ਸਮਝਣਾ ਚਾਹੀਦਾ ਜਿਹੜੇ ਕਹਿੰਦੇ ਕਿਚਨ 'ਚ ਖੜਨੀਆਂ ਚਾਹੀਦੀਆਂ ਔਰਤਾਂ। ਭੋਗਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਮਾਂ ਦੇਣ ਦਾ ਜੰਮੂ ਸਾਹਿਬ। ਹਾਂਜੀ ਅਸੀਂ ਤੁਸੀਂ ਤੀਜੇ ਉਹਦੇ ਕਰ ਰਹੇ ਸੀ ਮਤੇ ਦੀ ਗੱਲ ਜੀ। ਮੈਂ ਉਹ ਦੱਸ ਰਹੀ ਸੀ, ਉਸ ਤੋਂ ਬਿਨਾ ਇੱਕ ਜਿਹੜਾ ਮਤਾ ਹੋਰ ਸੀ ਕਿ ਔਰਤ ਨੂੰ ਕਿਸਾਨ ਦੇ ਤੌਰ ਤੇ ਤਸਲੀਮ ਕੀਤਾ ਜਾਵੇ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ 80% ਔਰਤਾਂ ਜਿਹੜੀਆਂ ਕਿਸਾਨੀ ਦੇ ਵਿੱਚ ਅਸਿੱਧੇ ਤੌਰ ਤੇ ਜੁੜੀਆਂ ਹੋਈਆਂ, 40% ਔਰਤਾਂ ਸਿੱਧੇ ਤੌਰ ਤੇ ਹੈ। ਤੇ ਇਸ ਨੂੰ ਜਿਹੜਾ ਹੈ ਆਮ ਤੌਰ ਤੇ ਸਾਡੀ ਜਿਹੜੀ ਮਾਨਤਾ ਸੀ, ਕਿਸਾਨੀ ਅੰਦੋਲਨ ਨੇ ਇਸ ਕਿਸਾਨ ਸੰਸਦ ਨੂੰ ਡਿਜ਼ਾਈਨ ਕਰਕੇ ਇਹ ਦੱਸ ਦਿੱਤਾ ਹੈ ਕਿ ਔਰਤਾਂ ਵੀ ਕਿਸਾਨ ਨੇ ਤੇ ਉਹਨਾਂ ਨੂੰ ਵੀ ਕਿਸਾਨ ਮੰਨਣਾ ਚਾਹੀਦਾ। ਤੇ ਇਸ ਤਰ੍ਹਾਂ ਦਾ ਇੱਕ ਮਤਾ ਸੀ ਕਿ ਔਰਤਾਂ ਨੂੰ ਕਿਸਾਨ ਮੰਨਿਆ ਜਾਏ। ਤੇ ਜਦੋਂ ਕਿਧਰੇ ਵੀ ਜਿਹੜਾ ਹੈ ਕਿਸੇ ਕਿਸਾਨ ਦੀ ਡੈਥ ਹੋ ਜਾਂਦੀ ਹੈ, ਉਸ ਦੀ ਪਤਨੀ ਜਿਹੜੀ ਉਸ ਦੇ ਨਾਲ ਸਹਾਇਕ ਦੇ ਰੂਪ ਵਿੱਚ ਜਾਂ ਉਸ ਦੇ ਨਾਲ ਪੂਰੇ ਰੂਪ ਵਿੱਚ ਕੰਮ ਕਰਦੀ ਹੈ ਤਾਂ ਉਹਦੇ ਵੀ ਹੱਕ ਹਕੂਕ ਜਿਹੜੇ ਆ ਰੱਖੇ ਜਾਣ। ਤੁਹਾਡਾ ਸੰਗਤ ਲਾਈਵ 'ਚ ਸਵਾਗਤ ਹੈ ਜੀ। ਕੌਣ? ਹਾਂ ਜੀ, ਮੈਂ ਹਰ ਸਿੰਘ ਰੰਧਾਵਾ। ਹਾਂਜੀ ਹਾਂਜੀ ਰੰਧਾਵਾ ਸਾਹਿਬ। ਹਾਂਜੀ, ਅੱਜ ਤੁਹਾਨੂੰ ਜੰਮੂ ਸਾਹਿਬ ਤੇ ਪ੍ਰੋਫੈਸਰ ਸਾਹਿਬ ਨੂੰ, ਬੀਬੀ ਜੀ ਹੋਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਤੁਹਾਡਾ ਪ੍ਰੋਗਰਾਮ ਸੁਣਦੇ ਆ ਤੇ ਬੜੀ ਆਭਾ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਹ ਨਹੀਂ ਵੀ ਅੱਗੇ ਤੁਸੀਂ ਮੇਰੇ ਦਿਨ ਪ੍ਰੋਗਰਾਮ ਅੱਜ ਇੱਕ ਵੱਖਰੀ ਜਿਵੇਂ ਕਿ ਰੂਹਾਨੀਅਤ ਚੱਲਦੀ ਹੁੰਦੀ ਹੈ, ਐਸਾ ਮਹਿਸੂਸ ਮੈਂ ਕੀਤਾ। ਸਾਹਿਬ ਬਹੁਤ ਲੰਬੀ ਗੱਲ ਕਰ ਗਿਆ, ਮੈਂ ਇੱਕ ਗੱਲ ਕਰਨ ਲੱਗਾ। ਜਦੋਂ ਨਾ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦਿੱਤੀ ਆਪਣੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਬਣਾਇਆ, ਤੇ ਇਹ ਗੁਰਬਾਣੀ ਚ ਸੱਤੇ ਬਲਵੰਡ ਨੇ ਲਿਖਿਆ ਵੀ ਹੋਰਿਓ ਗੰਗ ਬਹਾਈ ਹੈ ਦੁਨਿਆਈ ਆਖੇ ਕਿ ਕਿਉਂ ਨਾ। ਉਹ ਕੀ ਕੀਤਾ, ਉਹਨੇ ਕੀ ਕੀਤਾ, ਉਹਨੇ ਕੀ ਕੀਤਾ, ਕਿਹਨੇ ਕੀ ਕੀਤਾ, ਨਾਨਕ ਈਸਰ ਜਗਨਾ ਕੁਝ ਹੱਦੀ ਬੈਣਵੇਰ ਕਿਉਂ। ਤੇ ਅੱਜ ਤਾਈਂ ਸੰਸਾਰ ਦੇ ਉੱਤੇ ਐਸਾ ਕਦੇ ਨਹੀਂ ਹੋਇਆ ਕਿ ਗੁਰੂ ਨੇ ਚੇਲੇ ਨੂੰ ਮੱਥਾ ਟੇਕਿਆ ਹੋਵੇ। ਉਹ ਕਹਿੰਦੇ ਕੌਣ ਆ ਉਹ, ਇਹ ਨਾਲ ਸਵਾਲ ਹੈ ਕੌਣ, ਕਹਿੰਦੇ ਹੋਰ ਕੌਣ ਹੋ ਸਕਦਾ। ਮਾਤਾ ਖੀਵੀ ਸੌ ਸੋਏ ਜਨ ਗੋਏ ਉਠਾਲੀ, ਉਹ ਮਾਤਾ ਖੀਵੀ ਪਤੀ ਪਰਮੇਸ਼ਰ ਹੋ ਸਕਦਾ, ਹੋਰ ਕੌਣ ਹੋ ਸਕਦਾ। ਦਾ ਏਡਾ ਨਿਰੰਜਨੀ ਸ਼ਸਤਰ ਆਪਣੇ ਮੋਢਿਆਂ ਤੇ ਲੈਣ ਵਾਲਾ ਭਲਾ ਹੋਰ ਕੌਣ ਹੋ ਸਕਦਾ ਮਾਤਾ ਖੀਵੀ ਜੀ ਦੇ ਪਤੀ ਤੋਂ ਬਿਨਾਂ। ਮਾਤਾ ਖੀਵੀ ਜੀ ਦਾ ਏਡਾ ਉੱਚਾ ਸਥਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2 ਵਾਰ ਨਾ ਆਇਆ। ਮਾਤਾ ਖੀਵੀ ਜੀ ਦਾ ਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਪ ਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਖਿਆਲੀ।
ਮਾਤਾ ਖੀਵੀ ਜੀ ਨੂੰ ਇਹ ਮਾਣ ਜਾਂਦਾ, ਇਹਦੀ ਰਹੱਸਮਈ ਅਰਥ ਮੈਂ ਇਹ ਕਰਦਾ ਹਾਂ, ਬਾਕੀ ਗਿਆਨੀ ਹੋਰ ਕਰਨ, ਉਹਨਾਂ ਨੂੰ ਮੁਬਾਰਕ। ਪਰ ਮੈਂ ਕਹਿੰਦਾ ਏਡਾ ਵੱਡਾ ਮਾਤਾ ਖੀਵੀ ਜੀ ਦੇ ਆਇਆ ਵੀ ਉਹ ਹੋਰ ਕੌਣ ਹੋ ਸਕਦਾ ਹੋਏ ਉਹ ਮਾਤਾ ਖੀਵੀ ਜੀ ਦੇ ਪਤੀ ਤੋਂ ਬਿਨਾਂ। ਤੇ ਇੱਕ ਮੈਂ ਗੱਲ ਕਹਿਣ ਲੱਗਿਆ, ਜੰਮੂ ਸਾਹਿਬ ਜਦੋਂ ਮੋਰਚਾ ਫਤਿਹ ਹੋਣਾ, ਅਵਸ਼ ਫਤਿਹ ਹੋਣਾ, ਕਿਉਂਕਿ ਜਿਹੜੇ ਮਰਨਾ ਮੰਡ ਕੇ ਬੈਠੇ ਨਾ ਉੱਥੇ ਲੱਖਾਂ ਲੋਕ, ਉਹਨਾਂ ਦਾ ਫੈਸਲਾ ਕਾਨੂੰਨ ਰੱਦ ਕਰਾਉਣ ਤੋਂ ਬਗੈਰ ਅਸੀਂ ਪਿਛਾ ਨਹੀਂ ਮੁੜਨਾ। ਉਹ ਜੀਵਨ ਦੀ ਮਾਰੀ ਲਾ ਕੇ ਬੈਠੇ ਉੱਤੇ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਦੀ ਇਸ ਮੋਰਚੇ ਦਾ ਸਿਹਰਾ ਜਿਹੜਾ ਆ ਜਿਹੜੀ ਬੀਬੀਆਂ ਨੇ ਕੀਤੀ ਨਾ, ਸਰਜਤ ਕੀਤੀ ਆ, ਲਿਖ ਲਿਓ। ਹੋਰ ਕੋਈ ਲਿਖੇ ਨਾ ਲਿਖੇ, ਮੈਂ ਜ਼ਰੂਰ ਲਿਖੂਗਾ ਕਿਉਂਕਿ ਮੈਂ ਲੇਖਕ ਆ। ਤੇ ਇਹਦਾ ਸਿਹਰਾ ਵੀ ਜਿਹੜਾ ਆ ਇਹ ਸਾਡੀਆਂ ਜਿਹੜੀਆਂ ਬੀਬੀਆਂ ਮਾਤਾਵਾਂ ਭੈਣਾਂ ਬੀਬੀਆਂ ਸਾਡੀਆਂ, ਇਹਨਾਂ ਦੀ ਸੰਸਦ ਦੇ ਸਰਵੰਗਣਾ ਜਿਹੜਾ ਮਾਤਾ ਬੀਬੀਆਂ ਦੇ ਸੰਸਦ ਦੇ ਸਥਾਨ ਜਦੋਂ ਦਾ ਮੋਰਚਾ ਸ਼ੁਰੂ ਹੋਇਆ, ਏਡੀ ਹਵਾ ਮੈਂ ਬੇਬਾਕੀ ਨਾਲ ਕਹਿਣਾ ਏਡੀ ਆਬਾ ਕਦੇ ਮੋਰਚੇ ਦੀ ਨਹੀਂ ਬਣੀ ਜਿਹੜਾ ਇਸ ਬੀਬੀਆਂ ਦੇ ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਬੀਬੀਆਂ ਬੱਚੀਆਂ ਦੇ ਸਿਰ ਤੇ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਹਾਂ, ਮੈਂ ਗੱਲ ਅਰਜ਼ ਕਰ ਰਹੀ ਸੀ ਇਹਨਾਂ ਦੇ ਨਾਲ ਹੀ, ਤੇ ਜਦੋਂ ਕਾਲ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹ ਰਹੀ ਸੀ ਕਿ ਜਿਹੜਾ ਇਹ ਸਾਰੇ ਦਾ ਸਾਰਾ ਮੋਰਚਾ, ਜਿਵੇਂ ਇਹਨਾਂ ਨੇ ਵੀ ਗੱਲ ਕੀਤੀ, ਬਹੁਤ ਸਾਰੇ ਸਾਨੂੰ ਇਹ ਸਵਾਲ ਪੁੱਛ ਰਹੇ ਸੀ, ਮੈਨੂੰ ਵੀ ਕਾਫੀ ਲੋਕਾਂ ਨੇ ਉੱਥੇ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ ਮੋਦੀ ਸਰਕਾਰ ਤੇ ਜਿਹੜਾ ਧਿਆਨ ਹੀ ਨਹੀਂ ਕਰ ਰਹੀ, ਮੋਦੀ ਸਰਕਾਰ ਤਾਂ ਤੁਹਾਨੂੰ ਸੁਣ ਹੀ ਨਹੀਂ ਰਹੀ, ਉਹ ਤਾਂ ਕਹਿੰਦੀ ਕਾਨੂੰਨਾਂ 'ਚ ਕਾਲਾ ਕੁਝ ਵੀ ਨਹੀਂ ਹੈ, ਤੇ ਮੋਦੀ ਤਾਂ ਜਿਹੜਾ ਇਹ ਕਾਲੇ ਕਾਨੂੰਨ ਵਾਪਸ ਨਹੀਂ ਲਏਗਾ। ਅਸੀਂ ਇਸ ਦਾ ਜਵਾਬ ਇਹ ਦੇ ਰਹੇ ਹਾਂ ਕਿ ਜਿਹੜੀ ਜਿਸ ਤਰ੍ਹਾਂ ਇੱਕ ਹੱਕ ਤੇ ਸੱਚ ਦੀ ਲੜਾਈ ਲਈ ਜ਼ੁਲਮ ਦੇ ਅੱਗੇ ਸਿਰ ਨਾ ਨਿਵਾਉਣ ਦੀ ਰੀਤ ਗੁਰੂ ਸਾਹਿਬਾਂ ਨੇ ਦਿੱਤੀ, ਤੇ ਸਾਡੇ ਆਜ਼ਾਦੀ ਦੇ ਪਰਵਾਨਿਆਂ ਨੇ ਦਿੱਤੀ, ਤੇ ਸਮੁੱਚੇ ਇਤਿਹਾਸ ਦੇ ਵਿੱਚ ਸਦੀਆਂ ਤੋਂ ਹਮੇਸ਼ਾ ਮਨੁੱਖ ਜਿਹੜਾ ਹੈ ਬਦੀ ਦੇ ਖਿਲਾਫ ਫਾਈਟ ਕਰਦਾ ਆ ਰਿਹਾ ਹੈ, ਤੇ ਅਸੀਂ ਉਹੀ ਫਾਈਟ ਅੱਜ ਕਰ ਰਹੇ ਹਾਂ। ਮੋਰਚਾ ਜਿਹੜਾ ਹੈ ਇੱਕ ਇਮੇਜ ਦੇ ਤੌਰ ਤੇ ਉਹ ਮੋਰਚਾ ਇੱਕ ਜਿੱਤਿਆ ਜਾ ਚੁੱਕਾ ਹੈ, ਤੇ ਮੋਦੀ ਨੂੰ ਅੱਜ ਨਹੀਂ ਕੱਲ ਨਹੀਂ ਤੇ ਪਰਸੋਂ ਇਹਦੇ ਵਾਪਸ ਲੈਣੇ ਪੈਣੇ ਨੇ, ਕਿਉਂਕਿ ਇਹ ਕਾਨੂੰਨ ਜਿਹੜੇ ਨੇ ਇਹ ਕਾਰਪੋਰੇਟ ਦੇ ਨੇ ਤੇ ਕਾਰਪੋਰੇਟ ਦੇ ਹੱਕ 'ਚ ਨੇ, ਤੇ ਇਹ ਲੜਾਈ ਕੇਵਲ ਕਿਸਾਨੀ ਦੀ ਨਹੀਂ ਹੈ, ਇਹ ਲੜਾਈ ਸਾਡੀ ਅਰਬਨ ਜਿਹੜੀ ਮੱਧ ਵਰਗ ਦੀ, ਉਹਨਾਂ ਦੀ ਰੋਟੀ ਦੀ, ਉਹਨਾਂ ਦੀ ਰੋਜ਼ੀ ਦੀ ਹੈ। ਇੱਕ ਸਵਾਲ ਇੱਥੇ ਪੈਦਾ ਹੁੰਦਾ, ਮਤਲਬ ਵੀ ਤੁਸੀਂ ਕਹਿੰਦੇ ਉਹਨਾਂ ਨੂੰ ਵਾਪਸ ਲੈਣੇ ਪੈਣੇ ਕਾਨੂੰਨ, ਪਰ ਇਹ ਸਰਕਾਰ ਇੰਨੀ ਜਿੱਦੀ ਹੈ, ਇਹਨਾਂ ਨੇ ਤਾਂ ਜਿਹੜਾ ਬਿਜਲੀ ਬਿੱਲ ਸੀਗਾ, ਜਿਹੜਾ ਪ੍ਰਸਤਾਵਿਤ ਸੀਗਾ, ਉਹ ਕਿਸਾਨਾਂ ਦੀਆਂ ਨਾਲ ਜਿਹੜੀਆਂ ਇਹਨਾਂ ਦੀ 11 ਮੀਟਿੰਗਾਂ ਹੋਈਆਂ ਸੀ, ਉਹਨਾਂ 'ਚ ਕਹਿ ਦਿੱਤਾ ਵੀ ਅਸੀਂ ਨਹੀਂ ਲਿਆਵਾਂਗੇ, ਹੁਣ ਫੇਰ ਲਿਆਉਣ ਦਾ ਇਹਨਾਂ ਨੇ ਫੈਸਲਾ ਕਰ ਲਿਆ। ਇਹ ਤਾਂ ਲੱਗਦਾ ਨਹੀਂ ਇਹਨਾਂ ਦਾ ਵਤੀਰਾ ਜਿਹੜਾ ਬੜਾ ਜਿੱਦੀ ਆ, ਅੜੀਅਲ ਆ, ਹੱਠੀ ਹੈ। ਜੱਦੀ ਅੜੀਅਲ ਨਹੀਂ, ਮੈਂ ਇਹਦੇ ਲਈ ਜਿਸ ਤਰ੍ਹਾਂ ਇੱਕ ਫਾਸਿਜ਼ਮ ਜਿਹੜਾ ਹੈ ਜਾਂ ਫਾਸਿਸਟ ਸਰਕਾਰ ਹੁੰਦੀ ਹੈ, ਇੱਕ ਮਨੁੱਖ ਫਾਸਿਸਟ ਹੁੰਦਾ ਹੈ, ਇਹ ਉਹ ਸਰਕਾਰ ਹੈ। ਇਹ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਸਾਡਾ ਜਿਹੜਾ ਸੰਵਿਧਾਨਿਕ ਤੌਰ ਤੇ ਸਾਡਾ ਡੈਮੋਕ੍ਰੇਟਿਕ ਕੰਟਰੀ ਹੈ, ਪਰ ਉਹਦੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਇੰਪਲੀਮੈਂਟ ਕਰ ਰਿਹਾ ਹੈ, ਉਹ ਇੱਕ ਫਾਸਿਜ਼ਮ ਦੇ ਤੌਰ ਤੇ ਹੈ। ਹਿਟਲਰ ਦਾ ਅੱਜ ਕੋਈ ਵੀ ਸੰਸਾਰ 'ਚ ਨਾਮ ਨਹੀਂ ਲੈਣਾ ਚਾਹੁੰਦਾ, ਇਸ ਸਰਕਾਰ ਦਾ ਵੀ ਕੋਈ ਨਾਮ ਨਹੀਂ ਲਏਗਾ। ਇਹ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕਾਲਾ ਇਤਿਹਾਸ ਹੈ। ਦੂਜੀ ਗੱਲ ਇਹ ਹੈ ਕਿ ਜਿਹੜੀ ਖੇਤੀ ਕਾਨੂੰਨ ਹੈ, ਇਹ ਸਟੇਟ ਸਬਜੈਕਟ ਹੈ, ਇਹ ਤੇ ਜਿਹੜੀ ਸੈਂਟਰ ਸਰਕਾਰ ਇਹ ਕਾਨੂੰਨ ਬਣਾ ਹੀ ਨਹੀਂ ਸੀ ਸਕਦੀ, ਕਿਉਂਕਿ ਜਿਹੜੀ ਖੇਤੀ ਉਹਨਾਂ ਨੇ ਜਿਹੜੀ ਅਨਕਨਸਟੀਟਿਊਸ਼ਨਲ ਗੱਲ ਕੀਤੀ ਹੈ, ਉਹਦੇ ਬਾਰੇ ਜਿਹੜਾ ਹੈ ਸਾਡੀਆਂ ਜਿਹੜੀਆਂ ਰਾਜ ਸਰਕਾਰਾਂ ਨੂੰ ਬੋਲਣਾ ਚਾਹੀਦਾ ਸੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਜੰਮੂ ਸਾਹਿਬ ਸਤਿ ਸ੍ਰੀ ਅਕਾਲ, ਮੈਂ ਸਲਾਹ ਤੋਂ ਜਗਜੀਤ ਸਿੰਘ ਬੋਲ ਰਿਹਾ। ਹਾਂਜੀ ਜਗਜੀਤ ਸਿੰਘ ਜੀ ਬੋਲੋ। ਤੇ ਤੁਸੀਂ ਭੈਣ ਉਹਨਾਂ ਦੀ ਇੰਟਰੋਡਕਸ਼ਨ ਕਰਾਈ ਸੀ ਤੇ ਮੇਰਾ ਜੀ ਕਰਿਆ। ਅੱਛਾ ਜੀ। ਮੇਰਾ ਪਿੰਡ ਇਹਨਾਂ ਦੇ ਪਿੰਡਾਂ ਦੇ ਨੇੜੇ ਕਰਤਾ, ਮੈਂ ਕਿਹਾ ਇਹਨਾਂ ਨੂੰ ਵਧਾਈ ਦੇ ਰਿਹਾ। ਤਖਾਣਬਾਦ ਦੇ ਨੇੜੇ ਕਿਹੜਾ ਤੁਹਾਡਾ ਪਿੰਡ? ਮੇਰਾ ਪਿੰਡ ਬੀਬੀ ਮੱਲਾ ਹੈ। ਅੱਛਾ ਜੀ, ਸੁਣਿਆ ਮੱਲਾ ਬੀਬੀ? ਜੀ ਬਿਲਕੁਲ ਸੁਣਿਆ ਜੀ। ਹਾਂ, ਮੇਰਾ ਮੱਲਾ ਪਿੰਡ ਹੈ ਤੇ ਉਹ ਤੋਂ 5-7 ਮੀਲ ਹੀ ਹੈ ਤੁਹਾਡੇ ਪਿੰਡ ਤੋਂ। ਜੀ ਤੁਸੀਂ ਪੜ੍ਹੇ ਵੀ ਮੋਗੇ ਹੀ ਹੋਣੇ ਆ? ਨਹੀਂ ਜੀ, ਮੈਂ ਚੰਡੀਗੜ੍ਹ ਪੜ੍ਹੀ ਹਾਂ, ਫਿਰੋਜ਼ਪੁਰ ਪੜ੍ਹੀ ਹੈ, ਦੇਵ ਸਮਾਜ, ਹਾਂਜੀ ਦੇਵ ਸਮਾਜ ਕਾਲਜ ਕਰਕੇ ਆ ਗਏ। ਤੁਹਾਡੇ ਖਿਆਲ ਬਹੁਤ ਚੰਗੇ ਆ, ਤੁਹਾਨੂੰ ਮੈਂ ਵਧਾਈਆਂ ਦਿੰਦਾ ਤੇ ਰੱਬ ਤੁਹਾਨੂੰ ਏਦਾਂ ਚੜ੍ਹਦੀ ਕਲਾ ਵਿੱਚ ਰੱਖੇ ਤੇ ਏਦਾਂ ਦੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੇ
ਢਿੱਲੋਂ ਜੀ ਤੁਸੀਂ ਗੱਲ ਕਰ ਰਹੇ ਸੀ ਕਿ ਮਤਲਬ ਵੀ ਜਿਹੜਾ ਪੰਜਵਾਂ ਮਤਾ ਕੀ ਸੀਗਾ, ਮੈਂ ਤਾਂ ਉਹਦੇ ਬਾਰੇ ਜਾਣਨਾ ਚਾਹੁੰਦਾ। ਹਾਂਜੀ, ਪੰਜਵਾਂ ਮਤਾ ਜਿਹੜਾ ਹੈ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਹੈ ਕਿ ਉਹਦੇ ਵਿੱਚ ਇੱਕ ਸਾਡੇ ਜਿਹੜੇ ਜਦੋਂ ਕੋਈ ਕਿਸਾਨ ਸੁਸਾਈਡ ਕਰ ਜਾਂਦਾ ਹੈ ਜਾਂ ਜਿਹੜਾ ਹੈ ਉਹਦੇ ਵਿੱਚ ਜਿਹੜੀ ਔਰਤ ਨੂੰ ਪ੍ਰਾਪਰਟੀ ਰਾਈਟਸ ਹੈ ਉਹ ਸ਼ਿਫਟ ਕਰਨ ਦੇ ਲਈ ਜਿਹੜੀਆਂ ਬਹੁਤ ਦਿੱਕਤਾਂ ਆਉਂਦੀਆਂ ਨੇ। ਜਦੋਂ ਉਹਦੇ ਨਾਂ ਤੇ ਜ਼ਮੀਨ ਟਰਾਂਸਫਰ ਹੋਣੀ ਹੁੰਦੀ ਆ, ਘਰ ਟਰਾਂਸਫਰ ਹੋਣਾ ਹੁੰਦਾ ਹੈ, ਉਹਦੇ ਸੌਰੀ ਉਹਦੇ ਲਈ ਜਿਹੜਾ ਹੈ ਸਾਡੀ ਜਿਹੜੀ ਅਥਾਰਟੀਜ਼ ਨੇ, ਬਿਊਰੋਕ੍ਰੇਸੀ ਹੈ, ਉਹ ਪੋਜ਼ਿਟਿਵ ਨਹੀਂ ਹੈ ਕਿਉਂਕਿ ਉਹਨੂੰ ਸਬਸਿਡੀ ਮਿਲਣੀ ਹੈ, ਬਿਜਲੀ ਦੇ ਬਿੱਲ ਦੀ ਗੱਲ ਹੈ ਔਰ ਬਹੁਤ ਸਾਰੀਆਂ ਹੋਰ ਦਿੱਕਤਾਂ ਨੇ। ਅਸੀਂ ਇਹ ਮੰਗ ਕੀਤੀ ਕਿ ਉਹਨੂੰ ਔਰਤ ਨੂੰ ਕਿਸਾਨ ਮੰਨਦੇ ਹੋਏ ਇਮੀਡੀਏਟ ਉਹਦੇ ਪ੍ਰਾਪਰਟੀ ਰਾਈਟਸ ਵੀ ਉਸ ਨੂੰ ਦਿੱਤੇ ਜਾਣ। ਇਹ ਉਹਦੀ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਤਾਂ ਕਿ ਉਹਨੂੰ ਫੇਰ ਦਰਖਾਸਤਾਂ ਦੇ ਕੇ ਇੱਕ ਬਹੁਤ ਲੰਬੀ ਲੜਾਈ ਤੇ ਜਦੋਜਹਿਦ ਦੇ ਵਿੱਚ ਜਿਹੜੀ ਪੈਂਦੀ ਹੈ। ਤੇ ਤੀਸਰਾ ਸਾਡਾ ਇਹ ਸੀ ਕਿ ਜਿਹੜੇ ਜਿਸ ਤਰ੍ਹਾਂ ਮੈਂ ਅਰਜ਼ ਕੀਤਾ ਕਿ ਜਿਹੜੇ ਸਾਡੇ ਬੱਚੇ ਉੱਥੇ ਜਿਹੜੇ ਸਾਡੇ ਨੌਜਵਾਨ ਬਜ਼ੁਰਗ ਜਿਹੜੇ ਸ਼ਹੀਦ ਹੋਏ ਨੇ। ਦੂਸਰਾ ਸੀ ਇੱਕ ਗੁਜ਼ਾਰਿਸ਼ ਕੀਤੀ ਹੈ ਜਿਹੜੀ ਸਾਡੀ ਹਰਿਆਣਾ ਸਰਕਾਰ ਨੂੰ ਕਿ ਜਦੋਂ ਵੀ 10 ਜਾਂ 15 ਤੋਂ ਵੱਧ ਜਾਂ 50 ਤੋਂ ਵੱਧ ਲੋਕ ਇਕੱਠੇ ਕਾਫੀ ਲੰਬਾ ਸਮਾਂ ਬੈਠਦੇ ਨੇ ਤੇ ਇਹ ਸਾਡੀ ਸਰਕਾਰ ਦਾ ਹੀ ਫਰਜ਼ ਹੁੰਦਾ ਹੈ ਕਿ ਉਹ ਸੈਨੀਟੇਸ਼ਨ ਤੇ ਹੋਰ ਸਹੂਲਤਾਂ ਉੱਥੇ ਪੈਦਾ ਕਰੇ। ਹੁਣ ਉੱਥੇ ਜਿਹੜੀਆਂ ਹੈ ਔਰਤਾਂ ਲਈ ਬੜੇ ਵੱਡੇ ਚੈਲੰਜ ਨੇ, ਉਹਨਾਂ ਦੀਆਂ ਨਹਾਉਣ ਦੀਆਂ, ਉਹਨਾਂ ਦੇ ਬਾਥਰੂਮ ਜਾਣ ਦੀਆਂ ਸਹੂਲਤਾਂ ਨਹੀਂ ਹੈ। ਉਹ ਸਰਕਾਰ ਨੂੰ ਚਾਹੀਦਾ ਹੈ। ਐਵੇਂ ਸਾਡੇ ਕੋਲ 1 ਮਿੰਟ ਦਾ ਹੀ ਸਮਾਂ ਰਹਿ ਗਿਆ, ਇਹਦੇ 'ਚ ਆਪਣੀ ਗੱਲ ਜਿਹੜੀ ਤੁਸੀਂ ਬਰੀਫ ਕਰ ਦਿਓ। ਹਾਂਜੀ, ਮੈਂ ਬਸ ਇਹੀ ਕਹਿਣਾ ਹੈ ਕਿ ਇਹ ਮੋਰਚਾ ਜਿਹੜਾ ਹੈ ਇਹ ਵਿਸ਼ਵ ਦੇ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਮੋਰਚਾ ਹੈ। ਔਰਤਾਂ ਦੀ ਸ਼ਮੂਲੀਅਤ ਤੇ ਭਾਗੀਦਾਰੀ ਨੂੰ ਇਸ ਮੋਰਚੇ ਨੇ ਤਸਲੀਮ ਕੀਤਾ ਹੈ ਤੇ ਔਰਤ ਜਨ ਸੰਸਦ ਹੋਣ ਦੇ ਨਾਲ ਇਸ ਮੋਰਚੇ ਨੂੰ ਬੜਾ ਉਤਸ਼ਾਹ ਤੇ ਔਰਤਾਂ ਨੂੰ ਉਤਸ਼ਾਹ ਮਿਲਿਆ ਹੈ। ਤੇ ਨਾਲ ਦੀ ਨਾਲ ਮੋਦੀ ਸਰਕਾਰ ਨੂੰ ਇਹ ਦੱਸਿਆ ਗਿਆ ਹੈ ਕਿ ਔਰਤਾਂ ਆਪਣੇ ਚੁੱਲ੍ਹੇ ਦੇ ਉੱਤੇ ਜੇ ਰੋਟੀ ਪਕਾ ਸਕਦੀਆਂ ਨੇ ਤੇ ਬੌਧਿਕ ਤੌਰ ਤੇ ਉਹ ਸੰਸਦ ਵੀ ਚਲਾ ਸਕਦੀਆਂ ਨੇ। ਜਿਹੜੀ ਸੰਸਦ ਉਹਨਾਂ ਨੇ ਉਸ ਦਿਨ ਚਲਾ ਕੇ ਇਹ ਪ੍ਰਮਾਣ ਦਿੱਤਾ ਹੈ ਕਿ ਉਹ ਸਾਰੇ ਕਾਨੂੰਨਾਂ ਬਾਰੇ ਜਾਣਦੀਆਂ ਨੇ, ਉਹਨਾਂ ਨੂੰ ਲਿਆ ਕੇ ਇੱਥੇ ਰੱਖਿਆ ਗਿਆ ਨਹੀਂ ਹੈ। ਔਰਤਾਂ ਵੀ ਇਨਸਾਨ ਨੇ ਤੇ ਔਰਤਾਂ ਵੀ ਆਪਣੇ ਇਹਨਾਂ ਹੱਕਾਂ ਹਕੂਕਾਂ ਦੀ ਰਾਖੀ ਲਈ ਲੜ ਸਕਦੀਆਂ ਨੇ। ਜੀ ਇੱਕ ਮੇਰਾ ਛੋਟਾ ਜਿਹਾ ਸਵਾਲ ਹੈ, ਮਤਲਬ ਇਹਦੇ 'ਚ ਬੱਚੇ ਵੀ ਨਾਅਰੇ ਲਾਉਂਦੇ ਆ ਉੱਥੇ ਜਾ ਕੇ ਦਿੱਲੀ ਦੇ ਵਿੱਚ। ਉਹ ਮੈਂ ਦੇਖੇ ਜਦੋਂ ਔਰਤਾਂ ਦੀ ਕਿਸਾਨ ਸੰਸਦ ਇੱਕ ਬੱਚਾ ਜਿਹੜਾ ਉਹ ਨਾਅਰੇ ਲਾਉਂਦਾ ਜਾ ਰਿਹਾ, ਬੱਚਿਆਂ ਦੀ ਸ਼ਮੂਲੀਅਤ ਨੂੰ ਤੁਸੀਂ ਕਿਵੇਂ ਦੇਖਦੇ? ਕਿਉਂਕਿ ਔਰਤਾਂ ਅਸੀਂ ਇਹ ਵੀ ਗੱਲ ਕਰ ਰਹੇ ਸੀ ਕਿ ਇੱਥੇ ਇੱਕ ਬੱਚਿਆਂ ਦੇ ਲਈ ਵੀ ਇੱਕ ਕਾਰਨਰ ਚਾਹੀਦਾ ਜਿੱਥੇ ਉਹ ਖੇਡ ਸਕਣ, ਕਿਉਂਕਿ ਬਹੁਤ ਸਾਰੀਆਂ ਮਾਵਾਂ ਜਾਣਾ ਚਾਹੁੰਦੀਆਂ। ਜਿਸ ਤਰ੍ਹਾਂ ਸਾਡੇ ਸਮਾਜਿਕ ਸਤਰ ਦੇ ਵਿੱਚ ਹੈ ਕਿ ਜਿਹੜੀ ਬੱਚੇ ਤੇ ਪਰਿਵਾਰ ਤੇ ਬਜ਼ੁਰਗ ਤੇ ਕਿਚਨ ਔਰਤਾਂ ਨੇ ਸੰਭਾਲਣਾ ਹੈ ਤੇ ਔਰਤਾਂ ਫਿਰ ਬੱਚਿਆਂ ਨੂੰ ਨਾਲ ਲੈ ਕੇ ਜਾਂਦੀਆਂ। ਸਾਡੀ ਉਸ ਦਿਨ ਜਨ ਸੰਸਦ ਦੇ ਵਿੱਚ ਵੀ ਇੱਕ ਬੱਚੇ ਨੇ ਆ ਕੇ ਮੋਦੀ ਸਰਕਾਰ ਨੂੰ ਲਲਕਾਰ ਕੇ ਕਿਹਾ ਕਿ ਤੈਨੂੰ ਇਹ ਕਾਨੂੰਨ ਵਾਪਸ ਲੈਣੇ ਪੈਣਗੇ। ਸੋ ਢਿੱਲੋਂ ਜੀ, ਇਸ ਸ਼ੋਅ ਦੇ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਹੀ ਸਾਡੇ ਇਸ ਸ਼ੋਅ ਦਾ ਜਿਹੜਾ ਸਮਾਂ ਉਹ ਸਮਾਪਤ ਹੋਣ ਜਾ ਰਿਹਾ ਤੇ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ ਹਾਂ ਤੇ ਆਸ ਕਰਦੇ ਹਾਂ ਕਿ ਹੋਰ ਮੌਕਿਆਂ ਤੇ ਵੀ ਪ੍ਰੋਫੈਸਰ ਢਿੱਲੋਂ ਹੋਣੀ ਤੁਹਾਡੇ ਕੋਲ ਆਉਣਗੇ, ਆਪਣੇ ਵਿਚਾਰ ਸਾਂਝੇ ਕਰਨਗੇ। ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਇੱਥੇ ਹੀ ਅੱਗੇ ਲੈਣੇ। ਧੰਨਵਾਦ। ਸ਼ੁਕਰੀਆ।